ਚੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ ਅੰਤ ਖਲੋਆ ਆਏ। ਜੇ ਸਤਿਗੁਰ ਅੱਗਾ ਘਾਲਿਆ, ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ ਅੰਤ ਖਲੋਆ ਆਏ। ਜੇ ਸਤਿਗੁਰ ਅੱਗੇ ਘਾਲਿਆ, ਉਹ ਨਾ ਸਕੈ ਜਮ ਕਾਲ। ਸੱਚਾ ਰਖਵਾਲਿਆ ਗੁਰ ਸਾਖੀ ਜੋਤ ਜਗਾਏ। ਦੀਵਾ ਬਾਲਿਆ ਮਨ ਮੁਖ ਵਿਣ ਨਾਵੈ ਕੂੜਿਆਰ। ਫਿਰਹਿ ਬੇਤਾਲਿਆ ਪਸ਼ੂ ਮਾਨਸ ਚਮ ਪਲੇਟੇ। ਅੰਦਰੋਂ ਕਾਲਿਆ ਸਭੋ ਵਰਤੈ ਸੱਚ। ਸੱਚਾ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ। ਪੂਰੈ ਗੁਰ ਦੇਖਾਲਿਆ ਸਭੋ ਵਰਤੈ ਸੱਚ। ਸੱਚਾ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ। ਪੂਰੈ ਗੁਰ ਦੇਖਾਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ, ਜੋ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ, ਜਿਸ ਵਿੱਚ ਆਪ ਜੀਆਂ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਮਲਾਰ ਰਾਗ ਵਿੱਚ ਜੋ ਵਾਰ ਹੈ, ਉਸ ਦੀ ਵਿਚਾਰ ਹੋ ਰਹੀ ਹੈ। ਸਤਿਗੁਰੂ ਮਹਾਰਾਜ ਜੀ ਦੀ ਉਚਾਰਨ ਕੀਤੀ ਪੌੜੀ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ, ਜਿਸ ਦੀ ਵਿਚਾਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ,
ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਮਨ ਦਾ ਟਿਕਾਓ ਤੇ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਕਰੋ ਕਿਰਪਾ ਸਾਰੇ ਮਾਈ ਪਾਈ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਹੈ, ਸਹਿਬ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੇ ਸਨਮੁਖ ਰਹਿ ਕੇ ਗੁਰੂ ਜੀ ਦੇ ਦੱਸੇ ਮੁਤਾਬਕ ਘਾਲਣਾ ਘਾਲੀ ਹੈ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਉਹ ਜੀਵ ਪ੍ਰਭੂ ਦੇ ਦਰ ਉੱਤੇ ਪ੍ਰਵਾਨ ਹੋ ਜਾਂਦੇ ਹਨ। ਉਹਨਾਂ ਦੀ ਘਾਲ ਪ੍ਰਭੂ ਦੇ ਦਰ ਉੱਤੇ ਪ੍ਰਵਾਨ ਹੋ ਜਾਂਦੀ ਹੈ, ਤੇ ਸਾਹਿਬ ਕਹਿੰਦੇ ਉਹਨਾਂ ਦੀ ਫਿਰ ਸਹਾਇਤਾ ਆਪ ਪਰਮੇਸ਼ਰ, ਆਪ ਸਤਿਗੁਰੂ ਸਿਰ ਦੇ ਉੱਤੇ ਹੱਥ ਰੱਖ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਐਸੇ ਜੀਵਾਂ ਨੂੰ ਆਤਮਿਕ ਮੌਤ ਤੋਂ ਪ੍ਰਮਾਤਮਾ ਬਚਾ ਕੇ ਰੱਖਦਾ ਹੈ, ਤੇ ਜਮਾਂ ਦੀ ਫਾਹੀ ਵੀ ਪ੍ਰਮਾਤਮਾ ਉਹਨਾਂ ਨੂੰ ਪੈਣ ਨਹੀਂ ਦਿੰਦਾ। ਉਹ ਜੀਵ ਗੁਰੂ ਦੀ ਸਿੱਖਿਆ ਨੂੰ ਲੈ ਕੇ ਆਪਣੇ ਹਿਰਦੇ ਦੇ ਅੰਦਰ ਗੁਰੂ ਦੇ ਸ਼ਬਦ ਦਾ ਦੀਵਾ ਜਗਾ ਕੇ, ਗੁਰੂ ਦੇ ਸ਼ਬਦ ਦੀ ਰੌਸ਼ਨੀ ਲੈ ਕੇ ਸਮਾਜ ਵਿੱਚ ਆਪਣਾ ਚੰਗਾ ਜੀਵਨ ਜਿਉਂ ਕੇ ਜਾਂਦੇ ਹਨ। ਤੇ ਸਾਹਿਬ ਕਿਰਪਾ ਕਰਦੇ ਨੇ ਦੂਸਰੇ ਉਹ ਜੀਵ ਹਨ ਜਿਹੜੇ ਮਨ ਪਿੱਛੇ ਤੁਰ ਕੇ ਸਾਰੀ ਜ਼ਿੰਦਗੀ ਕੂੜ ਹੀ ਬੋਲਦੇ ਰਹਿੰਦੇ, ਕੂੜ ਹੀ ਇਕੱਠਾ ਕਰਦੇ ਰਹਿੰਦੇ ਹਨ। ਉਹ ਬੇਤਾਲਿਆਂ ਵਾਂਗੂ ਆਪਣੀ ਜ਼ਿੰਦਗੀ, ਚਾਲ ਤੋਂ ਖੁੰਝੇ ਹੋਏ ਜੀਵ ਜਿਹੜੇ ਹਨ, ਆਪਣੀ ਜ਼ਿੰਦਗੀ ਜਿਉਂ ਕੇ ਜਾਂਦੇ ਹਨ। ਉਹ ਆਏ ਤਾਂ ਭਾਵੇਂ ਮਨੁੱਖਾ ਜਨਮ ਵਿੱਚ ਨੇ, ਪਰ ਉਹ ਜ਼ਿੰਦਗੀ ਪਸ਼ੂਆਂ ਵਾਂਗ ਜਿਉਂ ਕੇ ਜਾਂਦੇ ਨੇ। ਉਹ ਅੰਦਰ ਦਾ ਮਨ ਕਾਲਾ ਲੈ ਕੇ ਆਏ ਤੇ ਕਾਲਾ ਹੀ ਲੈ ਕੇ ਚਲੇ ਗਏ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਇਹ ਕਿਰਪਾ ਕਰ ਰਹੇ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਜਦੋਂ ਅਸੀਂ ਪੁੱਛਦੇ ਹਾਂ ਕਿ ਮਹਾਰਾਜ ਜੋ ਗੁਰੂ ਦੇ ਸਨਮੁਖ ਰਹਿ ਕੇ ਘਾਲਣਾ ਘਾਲਦਾ ਹੈ, ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਗੁਰੂ ਦੇ ਸਨਮੁਖ ਰਹਿ ਕੇ ਘਾਲਣਾ ਘਾਲਣ ਤੋਂ ਕੀ ਭਾਵ ਹੈ? ਗੁਰੂ ਦੇ ਸਨਮੁਖ ਰਹਿ ਕੇ ਕਿਹੜੀ ਘਾਲ ਕਮਾਈ ਉਹ ਸਿੱਖ ਕਰਦਾ ਹੈ ਜਿਹਦੀ ਰੱਖਿਆ ਗੁਰੂ ਕਰਦਾ ਹੈ। ਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਹੁਤ ਹੀ ਪਿਆਰਾ ਉੱਤਰ ਦਿੰਦੇ ਨੇ। ਜੋ ਨਿੱਤ ਅਸੀਂ ਬਾਣੀ ਪੜ੍ਹਦੇ ਹਾਂ ਆਨੰਦ ਸਾਹਿਬ ਦੀ ਨਿਤਨੇਮ ਦੇ ਵਿੱਚ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਉਹਦੇ ਵਿੱਚ ਸਨਮੁਖ ਜਿਹੜਾ ਸਿੱਖ ਹੈ ਉਹਦੀ ਪਰਿਭਾਸ਼ਾ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹਿ ਗੁਰ ਨਾਲੇ। ਜਿਉਂ ਦਾ ਮਤਲਬ ਹੈ ਜਿੰਦ, ਅੰਦਰੋਂ। ਉਹ ਅੰਦਰੋਂ ਗੁਰੂ ਦੇ ਨਾਲ ਇੰਨਾ ਕੁ ਜੁੜ ਜਾਂਦਾ ਹੈ, ਅੰਦਰੋਂ ਗੁਰੂ ਦੇ ਨਾਲ ਇੰਨਾ ਕੁ ਜੁੜ ਜਾਂਦਾ ਹੈ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹਦੀ ਨਿਸ਼ਾਨੀ ਕੀ ਹੈ ਸਨਮੁਖ ਦੀ? ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ। ਉਹ ਗੁਰੂ ਦੇ ਚਰਨ, ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖਦਾ ਹੈ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨ ਜਾਣੈ ਕੋਇ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਸੁਣੋ ਸੰਤੋ ਦਾ ਭਾਵ ਹੈ, ਹੇ ਸਤ ਸੰਗੀ ਜਨੋ, ਭਈ ਸੁਣੋ ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ, ਸ਼ਬਦ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਦਾ ਹੈ। ਤੇ ਗੁਰੂ ਤੋਂ ਸਨਮੁਖ ਤੋਂ ਭਾਵ ਹੈ ਕਿ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਉਹ ਚੱਲਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹਦੀ ਹੋਰ ਕੀ ਨਿਸ਼ਾਨੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਦੇ ਬਚਨ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਉਹਦੀ ਸਨਮੁਖ ਦੀ ਕੀ ਨਿਸ਼ਾਨੀ ਹੈ?
ਜਿਹੜੀ ਗੱਲ ਗੁਰੂ ਕਹਿ ਰਿਹਾ ਉਹਨੂੰ ਸੱਤ ਕਰਕੇ ਉਹ ਸਿਰ ਮੱਥੇ ਤੇ ਪ੍ਰਵਾਨ ਕਰ ਲੈਂਦਾ ਹੈ। ਤੇ ਸਾਹਿਬ ਜੀ ਕਹਿੰਦੇ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਉਹ ਗੁਰੂ ਦੀ ਚਾਲ ਚੱਲਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਕਿ ਸਾਹਿਬ ਕਹਿੰਦੇ ਉਹ ਕੀ ਕਰਦਾ ਹੈ ਕਿ ਗੁਰ ਕਹਿਆ ਸਾਕਾਰ ਕਮਾਵੋ। ਸਨਮੁਖ ਦੀ ਕੀ ਨਿਸ਼ਾਨੀ ਹੈ? ਜਿਹੜੀ ਗੱਲ ਗੁਰੂ ਕਹਿੰਦਾ ਉਹਨੂੰ ਸਿਰ ਮੱਥੇ ਤੇ ਸੱਤ ਕਰਕੇ ਪ੍ਰਵਾਨ ਕਰ ਲੈਂਦਾ ਹੈ। ਤੇ ਗੁਰ ਕੀ ਕਰਨੀ ਕਾਹੇ ਧਾਵ। ਗੁਰ ਕੀ ਕਰਨੀ ਕਾਹੇ ਧਾਵ ਦਾ ਮਤਲਬ ਇਹ ਬਣਦਾ ਹੈ ਕਿ ਗੁਰੂ ਦੇ ਉੱਤੇ ਉਹ ਸ਼ੱਕ ਨਹੀਂ ਕਰਦਾ, ਗੁਰੂ ਉੱਤੇ ਕੋਈ ਕਿੰਤੂ ਨਹੀਂ ਕਰਦਾ, ਗੁਰੂ ਦੇ ਬਾਰੇ ਉਹ ਇਹ ਨਹੀਂ ਕਹਿੰਦਾ ਵੀ ਇਹ ਕੰਮ ਪਤਾ ਨਹੀਂ ਗੁਰੂ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਇਹ ਪਤਾ ਨਹੀਂ ਗੁਰੂ ਨੇ ਕੀਤਾ ਹੋਵੇ ਕਿ ਨਹੀਂ ਕੀਤਾ ਹੋਵੇਗਾ, ਇਹ ਸ਼ੰਕਾ ਨਹੀਂ ਉਹਦੇ ਮਨ ਵਿੱਚ ਆਉਂਦਾ। ਜਿਹੜਾ ਸਨਮੁਖ ਹੈ ਉਹਦੀ ਨਿਸ਼ਾਨੀ ਕੀ ਹੈ? ਮੇਰੇ ਸਾਹਿਬ ਜੀ ਕਹਿੰਦੇ ਜਿਹੜੀ ਗੱਲ ਗੁਰੂ ਨੇ ਕਹਿ ਦਿੱਤੀ ਉਹਨੂੰ ਸੱਤ ਕਰਕੇ ਪ੍ਰਵਾਨ ਕਰ ਲੈਂਦਾ। ਤੇ ਜਿਸ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਸ਼ਬਦਾਂ ਵਿੱਚ ਇਉਂ ਕਹਿੰਦੇ ਨੇ, ਸਾਹਿਬ ਕਹਿੰਦੇ ਗੁਰੂ ਦੇ ਸਨਮੁਖ ਜਿਹੜੇ ਜੀਵ ਆਉਂਦੇ ਨੇ ਤੇ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੀ ਬਾਣੀ ਨੂੰ ਸੁਣਦੇ ਨੇ, ਗੁਰੂ ਦੀ ਬਾਣੀ ਨੂੰ ਪੜ੍ਹਦੇ ਨੇ, ਗੁਰੂ ਦੀ ਬਾਣੀ ਨੂੰ ਵਿਚਾਰਦੇ ਨੇ, ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਫਿਰ ਜੋ ਪੜ੍ਹਿਆ, ਜੋ ਸੁਣਿਆ, ਜੋ ਵਿਚਾਰਿਆ ਹੈ ਉਸ ਸਾਰੇ ਨੂੰ ਉਹ ਜਦੋਂ ਤੁਰਦੇ ਨੇ ਗੁਰੂ ਚਰਨਾਂ ਵਿੱਚੋਂ ਆਗਿਆ ਲੈ ਕੇ, ਇਹ ਕਹਿੰਦੇ ਨੇ ਕਿ ਮਹਾਰਾਜ ਤੁਹਾਡੇ ਬਚਨ ਪੜ੍ਹੇ, ਤੁਹਾਡੇ ਬਚਨ ਸੁਣੇ, ਤੁਹਾਡੇ ਬਚਨ ਵਿਚਾਰੇ। ਹੇ ਸੱਚੇ ਪਾਤਸ਼ਾਹ ਜੋ ਕੁਝ ਤੁਸੀਂ ਕਿਹਾ ਹੈ ਇਸ ਸਾਰੇ ਨੂੰ ਮੈਂ ਸੱਤ ਕਰਕੇ ਪ੍ਰਵਾਨ ਕਰ ਲਿਆ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਸਨਮੁਖ ਦੀਆਂ ਇਹ ਨਿਸ਼ਾਨੀਆਂ ਨੇ ਕਿ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ। ਫਿਰ ਗੁਰੂ ਥਾਂ ਪਾ ਲੈਂਦਾ ਹੈ। ਉਹਦਾ ਗਾਉਣਾ, ਉਹਦਾ ਪੜ੍ਹਨਾ, ਉਹਦਾ ਸੁਣਨਾ ਗੁਰੂ ਥਾਂ ਪਾ ਲੈਂਦਾ। ਜਿਨ ਸਤਿਗੁਰ ਕੀ ਆਗਿਆ ਸਤ ਕਰ ਮਾਨੀ, ਜਿਨੇ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਪ੍ਰਵਾਨ ਕਰ ਲਿਆ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਭਈ ਜਿਨੇ ਸੱਚੇ ਸਤਿਗੁਰੂ ਨੂੰ ਸਿਮਰਿਆ ਹੈ, ਸੱਚੇ ਸਤਿਗੁਰੂ ਦੇ ਸਨਮੁਖ ਰਹਿ ਕੇ ਘਾਲਣਾ ਘਾਲੀ ਹੈ ਤੇ ਗੁਰੂ ਉਹਦੀ ਸਹਾਇਤਾ ਕਰਦਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬੜਾ ਪਿਆਰਾ ਬਚਨ ਕਰਦੇ ਨੇ। ਸਾਹਿਬ ਕਹਿੰਦੇ ਜਿਨੇ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੀ ਦਸੀ ਘਾਲਣਾ ਨੂੰ ਘਾਲਿਆ ਹੈ ਤੇ ਗੁਰੂ ਆਪਣਾ ਫਿਰ ਕੀ ਫਰਜ਼ ਨਿਭਾਉਂਦਾ ਹੈ। ਜੇ ਅਸੀਂ ਗੁਰੂ ਦੀ ਦਸੀ ਹੋਈ ਹਰ ਗੱਲ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਾਂਗੇ ਤੇ ਗੁਰੂ ਫਿਰ ਆਪਣੀ ਜ਼ਿੰਮੇਵਾਰੀ ਕੀ ਨਿਭਾਉਂਦਾ ਹੈ, ਗੁਰੂ ਫਿਰ ਆਪਣੀ ਡਿਊਟੀ ਕੀ ਨਿਭਾਉਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਸੁਖਮਨੀ ਸਾਹਿਬ ਜੀ ਦਾ ਪਾਠ ਅਸੀਂ ਕਰਦੇ ਵੀ ਹਾਂ, ਸੁਣਦੇ ਵੀ ਹਾਂ। ਇਹ ਬਚਨ ਆਪ ਜੀ ਨੂੰ ਯਾਦ ਆ ਜਾਣਗੇ। ਮੇਰੇ ਸਾਹਿਬ ਜੀ ਕਹਿੰਦੇ ਨੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਹੁਣ ਸਿੱਖ ਕਿਹੜਾ? ਜਿਹਨੇ ਗੁਰੂ ਦੇ ਹਰ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਇਉਂ ਕਰਕੇ ਮੰਨ ਲਿਆ ਕਿ ਸਾਹਿਬ ਜੀ ਕਹਿੰਦੇ ਨੇ ਉਹਨੇ ਅੰਦਰੋਂ ਕਰਕੇ ਜਾਣ ਲਿਆ। ਗੁਰ ਕੀ ਬਚਨ ਨੂੰ, ਗੁਰੂ ਦੀ ਬਾਣੀ ਨੂੰ ਅੰਦਰੋਂ ਹਿਰਦੇ 'ਚ ਉਹਨੇ ਜਾਣ ਲਿਆ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ बेकार ते हाटे, सतगुर सिख को नाम धन दे, गुर का सिख वड भागी है, सतगुर सिख का हलत पलत सवारै, नानक सतगुर सिख को जी नाल समारै। श्री गुरु अर्जन देव महाराज जी कहते ये तो हो गई गुरु महाराज जी की कह लो कि सिख दे उत्ते कृपा। ये तो हो गया ना गुरु ने अपना कर्म पूरा किया है तो सिख ने की करना है। श्री गुरु अर्जन देव महाराज कहते गुर के ग्रह सेवक जो रह, ਉਹਦੀਆਂ भी निशानियां ने भई सन्मुख सिख दियां भी। गुर के ग्रह सेवक जो रह, गुर की आज्ञा मन में सह, आप सको कर कछ न जनावै, हर हर नाम हृदय सद ध्यावै, मन बेचै सतगुर के पास, ते सेवक के कारज रास, सेवा करत होए ने कामी, तिसको होत प्राप्त स्वामी, अपनी कृपा जिसे आप करे, नानक सो सेवक गुर की मत ले। श्री गुरु अर्जन देव महाराज जी कहते ये है सिख की निशानी कि जो गुरु ने क्या उन्हें प्रवान कर लिया। जो सिख ने गुरु के सन्मुख रह के घालना घाली, फिर गुरु ने अपना कर्म पूरा किया कि उन्हें अपनी जिम्मेवारी गुरु ने भी निभाई। आओ कुछ इतिहासक पक्ष नाल लेके चलीए तो होर भी गल क्लीयर हो जाएगी कि जिन्हां दे गुरु के सन्मुख रह के जिन्हां ने घालना घाली, फिर गुरु ने उन्हां दी सहायता किवें कीती। श्री गुरु तेग बहादुर महाराज जी के चरणों में रह के जिहड़ियां सिखां ने घालना घाली, जदों समा आया चांदनी चौंक दा, धन श्री गुरु तेग बहादुर महाराज जी के सामने
ਜਦੋਂ 3 ਗੁਰੂ ਕੇ ਸਿੱਖਾਂ ਨੂੰ ਸ਼ਹੀਦ ਹੋਣ ਲੱਗੇ ਨੇ 3 ਸਿੱਖ, ਹੁਣ ਵੇਖੋ ਜਿਹੜੇ ਸਨਮੁਖ ਰਹੇ ਉਹਨਾਂ ਦੀ ਨਿਸ਼ਾਨੀ ਤੇ ਸਨਮੁਖ ਰਹਿਣ ਵਾਲਿਆਂ ਦੀ ਸਹਾਇਤਾ ਗੁਰੂ ਕਿਵੇਂ ਕਰਦਾ। ਅੱਜ ਦਾ ਇਹ ਪ੍ਰਕਰਨ ਹੈ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਸਤਿਗੁਰੂ ਪਿੰਜਰੇ ਵਿੱਚ ਨੇ ਤੇ ਇੱਕ ਇੱਕ ਸਿੱਖ ਨੂੰ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਸ਼ਹੀਦ ਕੀਤਾ ਜਾ ਰਿਹਾ। ਭਾਈ ਮਤੀ ਦਾਸ ਨੂੰ ਫੱਟਿਆਂ ਦੇ ਵਿੱਚ ਬੰਨ੍ਹ ਦਿੱਤਾ ਗਿਆ ਤੇ ਜਿਸ ਵੇਲੇ ਸਿਰ ਦੇ ਉੱਤੇ ਆਰਾ ਰੱਖਿਆ ਤੇ ਜਲਾਦ ਪੁੱਛਦੇ ਨੇ, ਕਹਿੰਦੇ ਅਜੇ ਵੀ ਸਮਾਂ ਹੈ, ਅਜੇ ਵੀ ਮੌਕਾ ਹੈ, ਜੇ ਤੂੰ ਇਸਲਾਮ ਧਰਮ ਨੂੰ ਕਬੂਲ ਕਰ ਲੈ ਤੇ ਗੁਰੂ ਆਪਣੇ ਨੂੰ ਛੱਡ ਦੇਵੇਂ, ਅਸੀਂ ਤੇਰੇ ਸਿਰ ਦੇ ਉੱਤੇ ਆਰਾ ਨਹੀਂ ਚਲਾਵਾਂਗੇ। ਹੁਣ ਵੇਖੋ ਜਿਹੜੇ ਸਨਮੁਖ ਨੇ ਉਹਨਾਂ ਦੀਆਂ ਕੀ ਨਿਸ਼ਾਨੀਆਂ ਨੇ ਤੇ ਸਨਮੁਖ ਦੀ ਸਹਾਇਤਾ ਗੁਰੂ ਕਿਵੇਂ ਕਰਦਾ ਹੈ। ਜਦੋਂ ਭਾਈ ਮਤੀ ਦਾਸ ਨੂੰ ਕਿਹਾ, ਕਹਿਣ ਲੱਗੇ ਤੇਰੇ ਸਰੀਰ ਦੇ 2 ਫਾੜ ਕੀਤੇ ਜਾਣੇ ਨੇ ਤੇ ਜੇ ਤੂੰ ਆਪਣਾ ਸਰੀਰ ਬਚਾਉਣਾ ਚਾਹੁੰਦਾ ਹੈ, ਇੱਕੋ ਹੀ ਤਰੀਕਾ ਹੈ ਬਚਾਉਣ ਦਾ ਕਿ ਆਪਣੇ ਗੁਰੂ ਵੱਲੇ ਪਿੱਠ ਕਰ ਲੈ, ਆਪਣੇ ਗੁਰੂ ਨੂੰ ਛੱਡ ਦੇ, ਇਸਲਾਮ ਨੂੰ ਕਬੂਲ ਕਰ ਲੈ। ਤੇ ਭਾਈ ਮਤੀ ਦਾਸ ਸਨਮੁਖ ਜਿਹੜਾ ਸਿੱਖ ਗੁਰੂ ਦਾ, ਉਹਨੇ ਕੀ ਕਿਹਾ, ਕਹਿਣ ਲੱਗੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਮੇਰੇ ਸਿਰ ਦੇ ਉੱਤੇ ਆਰਾ ਚਲਾਉਣ ਲੱਗੇ ਹੋ ਤੇ ਪਹਿਲਾਂ ਤੁਹਾਡੀ ਗੱਲ ਜਿਹੜੀ ਤੁਸੀਂ ਕਹੀ ਹੈ ਮੈਂ ਸੁਣ ਲਈ, ਹੁਣ ਇੱਕ ਗੱਲ ਮੇਰੀ ਤੁਸੀਂ ਸੁਣ ਲਿਓ, ਜੇ ਮੇਰੇ ਸਿਰ ਦੇ ਉੱਤੇ ਥੋੜਾ ਜਿਹਾ ਆਰਾ ਚਲਾਵੋ, ਥੋੜਾ ਜਿਹਾ ਆਰਾ ਚਲਾਓ ਪਹਿਲਾਂ ਮੇਰੇ ਸਿਰ ਦੇ ਉੱਤੇ, ਤੁਹਾਡਾ ਇਹ ਆਰਾ ਚਲਾਉਣ ਤੋਂ ਬਾਅਦ ਫਿਰ ਮੈਂ ਆਪਣਾ ਫੈਸਲਾ ਦਿਆਂਗਾ ਕਿ ਤੁਹਾਡੀ ਗੱਲ ਨੂੰ ਮੈਂ ਪ੍ਰਵਾਨ ਕਰਦਾ ਕਿ ਨਹੀਂ ਕਰਦਾ। ਉਹ ਕਹਿੰਦੇ ਕਮਾਲ ਹੋ ਗਈ ਹੈ, ਇਹ ਕੀ ਕਾਰਨ ਕਿ ਤੂੰ ਕਹਿੰਦਾ ਭਾਈ ਮਤੀ ਦਾਸ ਕਿ ਆਰਾ ਚਲਾਉਣ ਤੋਂ ਬਾਅਦ? ਕਹਿਣ ਲੱਗਾ ਹਾਂ, ਆਰਾ ਚਲਾਉਣ ਤੋਂ ਬਾਅਦ ਮੈਂ ਤੁਹਾਨੂੰ ਤਾਂ ਦੱਸਣਾ ਕਿਉਂਕਿ ਮੈਂ ਵੇਖਣਾ ਚਾਹੁੰਦਾ ਜਦੋਂ ਆਰਾ ਮੇਰੇ ਸਿਰ ਦੇ ਉੱਤੇ ਚੱਲੇਗਾ, ਇਹ ਚੱਲਦਾ ਹੋਇਆ ਆਰਾ ਮੈਨੂੰ ਕੀ ਕਹਿ ਰਿਹਾ ਹੈ, ਮੈਂ ਉਸ ਤੋਂ ਬਾਅਦ ਤੁਹਾਨੂੰ ਆਪਣਾ ਫੈਸਲਾ ਦਿਆਂਗਾ। ਜਲਾਦਾਂ ਨੇ ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖਿਆ। ਜਿਸ ਵੇਲੇ ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖ ਕੇ ਥੋੜਾ ਜਿਹਾ ਆਰੇ ਨੂੰ ਦੋਵਾਂ ਜਲਾਦਾਂ ਨੇ ਇਧਰੋਂ ਤੇ ਉਧਰੋਂ ਖਿੱਚ ਕੇ ਇੱਕ ਪੋਟਾ ਭਾਈ ਸਾਹਿਬ ਦੇ ਸਿਰ ਦੇ ਵਿੱਚ ਧੱਸਿਆ ਗਿਆ ਆਰਾ। ਜਦੋਂ ਉਹਨਾਂ ਨੇ ਆਰੇ ਨੂੰ ਇੱਕ ਵਾਰ ਬਾਹਰ ਕੱਢਿਆ, ਕਹਿੰਦੇ ਅਜੇ ਸਮਾਂ ਹੈ ਕਿਉਂਕਿ ਜ਼ਖਮ ਕੋਈ ਬਹੁਤਾ ਡੂੰਘਾ ਨਹੀਂ, ਅਜੇ ਵੀ ਇਸ ਜ਼ਖਮ ਨੂੰ ਭਰਿਆ ਜਾ ਸਕਦਾ, ਸੀਤਾ ਜਾ ਸਕਦਾ, ਅਜੇ ਵੀ ਜ਼ਖਮ ਨੂੰ ਰਾਜੀ ਕੀਤਾ ਜਾ ਸਕਦਾ ਹੈ। ਤੇ ਭਾਈ ਮਤੀ ਦਾਸ ਨੇ ਜਿਹੜਾ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਆਰੇ ਚਲਾਉਣ ਤੋਂ ਤੇ ਬਾਅਦ ਜ਼ਿੰਦਗੀ ਦਾ ਵਿੱਚ ਇਉਂ ਲੱਗਿਆ ਕਿ ਜਿਵੇਂ ਆਰਾ ਚੱਲਣ ਨਾਲ ਤੇ ਇੱਕ ਆਨੰਦ ਹੀ ਵੱਖਰਾ ਜਿਹਾ ਬਣਿਆ। ਹੁਣ ਮੇਰੀ ਬੇਨਤੀ ਤੁਹਾਨੂੰ ਇਹ ਹੈ ਕਿ ਦੁਬਾਰਾ ਮੇਰੇ ਸਿਰ ਦੇ ਉੱਤੇ ਆਰਾ ਰੱਖਣ ਤੋਂ ਬਾਅਦ ਇਹਨੂੰ ਬਾਹਰ ਨਾ ਕੱਢਿਓ ਜੇ, ਮੇਰੇ ਸਿਰ ਦੇ ਵਿੱਚੋਂ ਆਰਾ ਚੱਲੇ ਤੇ ਮੇਰੇ ਸਰੀਰ ਦੇ 2 ਫਾੜ ਕਰ ਦਿਓ ਜੇ, ਕਿਉਂਕਿ ਮੈਂ ਜ਼ਿੰਦਗੀ ਜਿਉਂ ਕਿ ਜਿੱਥੇ ਜ਼ਿੰਦਗੀ ਦਾ ਆਨੰਦ ਮਾਣਿਆ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਰਹਿ ਕੇ, ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਨਮੁਖ ਰਹਿ ਕੇ ਮੈਂ ਮੌਤ ਵੀ ਵੇਖਣੀ ਚਾਹੁੰਦਾ। ਅੱਜ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਰਹਿ ਕੇ ਮੈਂ ਆਰੇ ਦਾ ਆਨੰਦ ਵੀ ਵੇਖਣਾ ਚਾਹੁੰਦਾ ਹਾਂ। ਇਹ ਹੈ ਸਨਮੁਖ ਦੀਆਂ ਨਿਸ਼ਾਨੀਆਂ। ਸਾਨੂੰ ਤੇ ਕਿਤੇ ਮਾੜਾ ਜਿਹਾ ਵੀ ਕੋਈ ਦੁੱਖ ਤਕਲੀਫ ਹੋ ਜਾਏ ਜਾਂ ਮਾੜੀ ਜੀ ਵੀ ਕੋਈ ਗੱਲ ਹੋ ਜਾਵੇ, ਅਸੀਂ ਤਾਂ 1 ਮਿੰਟ ਨਹੀਂ ਲਾਉਂਦੇ ਗੁਰੂ ਨੂੰ ਛੱਡਣ ਲੱਗੇ, ਉਸੇ ਵੇਲੇ ਦੌੜ ਜਾਂਦੇ ਆ, ਉਸੇ ਵੇਲੇ ਭੱਜ ਪੈਨੇ ਇੱਧਰ ਉੱਧਰ ਵੀ ਕਿਸੇ ਬਾਬੇ ਕੋਲੇ ਚੱਲ ਜਾਈਏ ਜਾਂ ਕਿਸੇ ਡੇਰੇਦਾਰ ਕੋਲੇ ਚੱਲ ਜਾਈਏ ਜਾਂ ਕਿਤੋਂ ਸਵਾਹ ਦੀ ਪੁੜੀ ਲੈ ਆਈਏ ਜਾਂ ਕਿਤੋਂ ਮੰਤਰ ਲੈ ਆਈਏ, ਅਸੀਂ ਤਾਂ 1 ਸਕਿੰਟ ਵੀ ਨਹੀਂ ਟਿਕਦੇ। ਸਾਡੇ ਤੇ ਕਿਰਪਾ ਕਰਿਓ ਸਾਧ ਸੰਗਤ, ਮਾਫ ਕਰਨਾ 2-4 ਸਾਲ ਲੰਘ ਜਾਣ ਨਾ ਵਿਆਹ ਤੋਂ ਬਾਅਦ, ਮੈਨੂੰ ਮਾਫ ਕਰ ਦਿਓ ਜੋ ਮੈਂ ਕਹਿਣ ਲੱਗਾ, ਜੋ ਹਾਲਤ ਹੈ ਸਾਡੀ 2-4 ਸਾਲ ਲੰਘ ਜਾਣ ਵਿਆਹ ਤੋਂ ਬਾਅਦ ਤੇ ਲੋਕਾਂ ਦਾ ਭਰੋਸਾ, ਲੋਕਾਂ ਦੀ ਸ਼ਰਧਾ ਉੱਡ ਜਾਂਦੀ ਹੈ। ਲੋਕ ਫਿਰ ਕਹਿੰਦੇ ਨੇ ਇੱਕ ਦੂਜੇ ਨੂੰ, ਫਿਰ ਦੱਸਦੀਆਂ ਨੇ ਬੀਬੀਆਂ ਫਲਾਣੇ ਥਾਂ ਤੇ ਬਾਬਾ ਸੇਬ ਝੋਲੀ 'ਚ ਪਾਉਂਦਾ ਬੱਚਾ ਹੋ ਜਾਂਦਾ ਹੈ, ਫਲਾਣੇ ਥਾਂ ਤੇ ਖੰਭ ਮੋਰ ਦਾ ਸਿਰ ਤੇ ਲਾਉਂਦਾ ਬੱਚਾ ਹੋ ਜਾਂਦਾ, ਫਲਾਣੇ ਥਾਂ ਤੇ ਬਾਬਾ ਕੜਾ ਦਿੰਦਾ ਹੈ ਹੱਥ 'ਚ ਪਾ ਲਓ। ਇਹ ਕੁਝ ਪੰਜਾਬ ਦੀ ਧਰਤੀ ਤੇ ਹੋ ਰਿਹਾ, ਪੰਜਾਬ ਹੀ ਨਹੀਂ ਮੈਂ ਕਹਿੰਦਾ ਬਾਹਰ ਵੀ ਇਹੀ ਕੁਝ ਹੋ ਰਿਹਾ। ਇੱਥੇ ਵੀ ਪਖੰਡ ਘੱਟ ਨਹੀਂ ਹੈ, ਬਹੁਤ ਇੱਥੇ ਵੀ ਹੁੰਦੇ ਆ। ਇੱਥੇ ਲੋਕ ਛਿਪਕੇ ਹੋਈ ਜਾਂਦਾ, ਉੱਥੇ ਇੰਨਾ ਸ਼ਰੇਆਮ ਹੁੰਦੇ ਨੇ, ਉੱਥੇ ਸਾਹਮਣੇ ਸਾਰਾ ਕੁਝ ਹੋ ਜਾਂਦਾ, ਇੱਥੇ ਸਾਨੂੰ ਪਤਾ ਹੀ ਨਹੀਂ ਚੱਲਦਾ। ਜਿਹੜੀ ਮੈਂ ਬੇਨਤੀ ਕਰਨ ਲੱਗਿਆ ਕਿ ਅਸੀਂ ਦੌੜ ਜਾਂਦੇ, ਭੱਜ ਜਾਂਦੇ, ਭਰੋਸਾ ਹੀ ਨਹੀਂ 1 ਮਿੰਟ ਵੀ ਗੁਰੂ ਤੇ ਰਹਿੰਦਾ। ਕੋਈ ਦੁੱਖ ਤਕਲੀਫ ਆਉਂਦਾ ਹੈ ਉਸੇ ਵੇਲੇ ਆਪਾਂ ਗੁਰੂ ਨੂੰ ਛੱਡ ਕੇ ਤੇ ਦੌੜ ਜਾਂਦੇ ਵੀ ਸ਼ਾਇਦ ਸਾਨੂੰ ਸੁੱਖ ਕੋਈ ਬਾਬਾ ਦੇ ਦੇਗਾ, ਕੋਈ ਡੇਰੇਦਾਰ ਦੇ ਦੇਗਾ, ਚਾਹੇ ਕੋਈ ਹੋਰ ਸਾਡੀ ਜ਼ਿੰਦਗੀ 'ਚ ਸੁੱਖ ਲਿਆ ਦੇਗਾ, ਕੋਈ ਜੋਤਸ਼ੀ ਲਿਆ ਦੇਗਾ। ਨਹੀਂ, ਗੁਰਮੁਖੋ ਯਾਦ ਰੱਖਿਓ ਜਿਹੜੇ ਸਨਮੁਖ ਨੇ ਉਹਨਾਂ ਦੀਆਂ ਨਿਸ਼ਾਨੀਆਂ ਇਹ ਨੇ, ਉਹ ਆਰਾ ਵੇਖ ਕੇ ਵੀ ਗੁਰੂ ਦੇ ਸਨਮੁਖ ਹੀ ਰਹਿੰਦੇ ਨੇ, ਉਹ ਆਰਾ ਵੇਖ ਕੇ, ਮੌਤ ਵੇਖ ਕੇ ਵੀ ਗੁਰੂ ਨੂੰ ਨਹੀਂ ਛੱਡਦੇ। ਅਸੀਂ ਤਾਂ ਨਿੱਕਾ ਜਿਹਾ ਦੁੱਖ ਆ ਜਾਏ ਤੇ ਪਿੱਠ ਗੁਰੂ ਵੱਲੇ ਕਰ ਜਾਂਦੇ ਹਾਂ। ਭਾਈ ਮਤੀ ਦਾਸ ਨੇ ਕਿਹਾ, ਕਹਿ ਲਗੇ ਚਲਾਓ ਆਰਾ ਮੇਰੇ ਸਿਰ ਦੇ ਉੱਤੇ, ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ ਤੇ ਸਾਰੀ ਜ਼ਿੰਦਗੀ ਗੁਰੂ ਦੇ ਚਰਨਾਂ 'ਚ ਰਹਿ ਕੇ ਘਾਲ ਘਾਲੀ ਹੈ, ਸਨਮੁਖ ਰਹਿ ਕੇ ਹੁਣ ਗੁਰੂ ਜੀ ਦੇ ਸਨਮੁਖ ਹੀ ਸ਼ਹੀਦ ਹੋਣਾ ਚਾਹੁੰਦਾ। ਭਾਈ ਮਤੀ ਦਾਸ ਦੇ ਸਰੀਰ ਦੇ 2 ਫਾੜ ਕੀਤੇ ਗਏ
ਤੇ ਗੁਰਮੁਖੋ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਰਹਿ ਕੇ ਸਿੱਖ ਸ਼ਹਾਦਤ ਦਾ ਜਾਮ ਤਾਂ ਪੀ ਗਿਆ, ਪਰ ਗੁਰੂ ਵੱਲੇ ਪਿੱਠ ਨਹੀਂ ਉਹਨੇ ਕੀਤੀ। ਭਾਈ ਦਿਆਲਾ ਜੀ ਨੂੰ ਕਿਹਾ ਗਿਆ, ਉਹਨੇ ਵੀ ਦੇਗ ਦਾ ਉਬਾਲਾ ਖਾ ਲਿਆ, ਪਰ ਗੁਰੂ ਵੱਲੇ ਪਿੱਠ ਨਹੀਂ ਕੀਤੀ। ਭਾਈ ਸਤੀ ਦਾਸ ਨੂੰ ਰੂੰ ਦੇ ਨਾਲ ਲਪੇਟ ਕੇ ਰੂੰ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ, ਤੇ ਭਾਈ ਮਤੀ ਦਾਸ ਵੀ ਸਤੀ ਦਾਸ ਜੀ ਵੀ ਸ਼ਹਾਦਤ ਦਾ ਜਾਮ ਤਾਂ ਪੀ ਗਏ, ਪਰ ਪਿੱਠ ਨਹੀਂ ਗੁਰੂ ਵੱਲੇ ਕੀਤੀ। ਇਹਨੂੰ ਕਹਿੰਦੇ ਸਨਮੁਖ ਦੀਆਂ ਨਿਸ਼ਾਨੀਆਂ। ਗੁਰੂ ਤੇਗ ਬਹਾਦਰ ਜੀ ਦੇ ਸਨਮੁਖ 3 ਸਿੱਖ ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਪੀ ਲਏ, ਪਰ ਗੁਰੂ ਵੱਲੇ ਪਿੱਠ ਨਹੀਂ ਹੋਣ ਦਿੱਤੀ, ਤੇ ਗੁਰੂ ਨੇ ਵੀ ਫਿਰ ਆਪਣਾ ਕਰਮ ਪੂਰਾ ਨਿਭਾਇਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰਹਿਮਤ ਪੂਰੀ ਕੀਤੀ ਕਿ ਸਿੱਖਾਂ ਨੂੰ ਰਤਾ ਜਿੰਨਾ ਵੀ ਗੁਰੂ ਨੇ ਕਿਤੇ ਡੋਲਣ ਨਹੀਂ ਦਿੱਤਾ। ਜੇ ਗੁਰੂ ਦੇ ਸਿੱਖਾਂ ਨੇ ਗੁਰੂ ਦੇ ਸਨਮੁਖ ਘਾਲਣਾ ਘਾਲੀ, ਤੇ ਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ 100% ਨੰਬਰਾਂ ਦੇ ਵਿੱਚ ਪੂਰੇ ਪਾਸ ਕਰ ਦਿੱਤਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਬੇਨਤੀ ਕਰ ਰਹੇ ਹਾਂ ਕਿ ਸਨਮੁਖ ਦੀਆਂ ਕੀ ਨਿਸ਼ਾਨੀਆਂ ਨੇ, ਜੋ ਅੱਜ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਚੱਲ ਰਿਹਾ ਹੈ ਕਿ ਜਿਹੜੇ ਸਿੱਖ ਨੇ ਗੁਰੂ ਦੇ ਸਨਮੁਖ ਘਾਲਣਾ ਘਾਲੀ ਹੈ, ਤੇ ਗੁਰੂ ਮਹਾਰਾਜ ਜੀ ਨੇ ਫਿਰ ਉਹਦੀ ਘਾਲਣਾ ਵੀ ਕੇਵਲ ਪ੍ਰਵਾਨ ਨਹੀਂ ਕੀਤਾ, ਗੁਰੂ ਨੇ ਉਹਦੀ ਲਾਜ ਵੀ ਰੱਖੀ ਹੈ। ਪੂਲੇ ਪਿੰਡ ਦਾ ਨੌਜਵਾਨ 25 ਸਾਲ ਦੀ ਉਸ ਦੀ ਉਮਰ ਹੈ, ਗੱਭਰੂ ਦੀ, ਤੇ ਅੱਜ ਉਹਨੇ ਆਪਣੀ ਮਾਂ ਨੂੰ ਕਿਹਾ, ਕਹਿਣ ਲੱਗਾ, ਮਾਂ ਮੈਂ ਚਾਹੁੰਦਾ ਹਾਂ ਉਹਨਾਂ ਗੁਰਸਿੱਖਾਂ ਦੀ ਸੇਵਾ ਕਰ ਲਵਾਂ ਜਿਹੜੇ ਦੇਸ਼ ਕੌਮ ਤੇ ਧਰਮ ਦੇ ਲਈ ਦਿਨ ਰਾਤ ਮਾਤਾ ਉਹ ਦਿਨ ਰਾਤ ਗੁਰੂ ਦੀ ਖੁਸ਼ੀ ਲੈਣ ਵਾਸਤੇ ਤੇ ਸ਼ਹਾਦਤਾਂ ਦੇ ਜਾਮ ਪੀ ਰਹੇ ਨੇ। ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਵਾਸਤੇ, ਤੇ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਪ੍ਰਸ਼ਾਦਾ ਤੇ ਛਕਾ ਹੀ ਸਕਦੇ ਹਨ। ਧੰਨ ਸੀ ਉਹ ਮਾਂ ਭਾਈ ਤਾਰੂ ਸਿੰਘ ਜੀ ਦੀ, ਜਿਨੇ ਆਪਣੇ ਪੁੱਤਰ ਦੀ ਇਹ ਗੱਲ ਸੁਣ ਕੇ ਕਿਹਾ, ਕਹਿਣ ਲੱਗੀ, ਮੈਨੂੰ ਖੁਸ਼ੀ ਹੋਈ ਕਿ ਮੇਰੇ ਪੁੱਤਰ ਦੇ ਅੰਦਰੋਂ ਖਿਆਲ ਚੰਗੇ ਪੈਦਾ ਹੋਏ, ਮੇਰੇ ਪੁੱਤਰ ਦੇ ਅੰਦਰੋਂ ਸੇਵਾ ਦਾ ਖਿਆਲ ਪੈਦਾ ਹੋਇਆ। ਤੇ ਨਾਲ ਹੀ ਭਾਈ ਤਾਰੂ ਸਿੰਘ ਦੀ ਮਾਤਾ ਨੇ ਇੱਕ ਹੋਰ ਗੱਲ ਕਹਿ ਦਿੱਤੀ, ਕਹਿਣ ਲੱਗੀ, ਬੇਟਾ ਇੱਕ ਗੱਲ ਯਾਦ ਰੱਖੀ, ਜੇ ਤੂੰ ਉਹਨਾਂ ਗੁਰਸਿੱਖਾਂ ਦੀ ਲੰਗਰ ਦੇ ਰਾਹੀਂ ਸੇਵਾ ਕਰੇਗਾ ਤੇ ਇਹ ਗੱਲ ਲੁਕੀ ਨਹੀਂ ਰਹਿਣੀ, ਇਹ ਗੱਲ ਹਾਕਮਾਂ ਤੱਕ ਪਹੁੰਚ ਜਾਏਗੀ। ਬੇਟਾ ਜੇ ਇਹ ਗੱਲ ਹਾਕਮਾਂ ਤੱਕ ਪਹੁੰਚ ਗਈ ਤੇ ਹੋ ਸਕਦਾ ਹਾਕਮ ਇਹ ਗੱਲ ਨੂੰ ਪ੍ਰਵਾਨ ਨਾ ਕਰਨ, ਤੇ ਉਹਦੇ ਬਦਲੇ ਵਿੱਚ ਬੇਟਾ ਹੋ ਸਕਦਾ ਆਪਣੇ ਤੇ ਜ਼ੁਲਮ ਵੀ ਹੋਣ, ਆਪਣੇ ਤੇ ਤਸ਼ੱਦਦ ਵੀ ਹੋਣ, ਤੇ ਕੀ ਤੂੰ ਇਸ ਗੱਲ ਨੂੰ ਪ੍ਰਵਾਨ ਕਰੇਂਗਾ? ਭਾਈ ਤਾਰੂ ਸਿੰਘ ਨੇ ਕਿਹਾ, ਮਾਂ ਤੂੰ ਮੈਨੂੰ ਆਪਣੀ ਗੋਦ 'ਚ ਲੈ ਕੇ ਜਿਹੜੀਆਂ ਲੋਰੀਆਂ ਦਿੱਤੀਆਂ ਨੇ ਬਾਣੀ ਦੀਆਂ, ਇਤਿਹਾਸ ਦੀਆਂ, ਤੂੰ ਹੀ ਮਾਤਾ ਮੈਨੂੰ ਦੱਸਿਆ ਹੈ ਕਿ ਉਹਨਾਂ ਦੇ ਇਤਿਹਾਸ ਸੁਣਾਏ ਨੇ ਗੁਰੂ ਤੇਗ ਅਰਜਨ ਦੇਵ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਦੇ। ਮਾਂ ਤੂੰ ਮੈਨੂੰ ਚਮਕੌਰ ਦੀ ਗੜੀ ਦਾ ਇਤਿਹਾਸ ਸੁਣਾਇਆ, ਸਰਹੰਦ ਦਾ ਇਤਿਹਾਸ ਸੁਣਾਇਆ, ਤੂੰ ਹੀ ਮੈਨੂੰ ਗੋਦ 'ਚ ਲੈ ਕੇ ਵੱਡੇ ਛੋਟੇ ਸਾਹਿਬਜ਼ਾਦੇ ਉਹਨਾਂ ਦੀਆਂ ਸ਼ਹਾਦਤਾਂ ਮੈਨੂੰ ਸੁਣਾਈਆਂ। ਤੇ ਮਾਂ ਜੇ ਉਹ ਗੁਰੂ ਦੇ ਸਿੱਖ ਜੇ ਇੰਨਾ ਕੁਝ ਉਹਨਾਂ ਨੇ ਮਾਤਾ ਸਾਡੇ ਵਾਸਤੇ ਕੀਤਾ ਹੈ, ਤੇ ਜੇ ਕਿਤੇ ਮੌਕਾ ਇਹੋ ਜਿਹਾ ਆ ਗਿਆ ਤੇ ਮਾਂ ਫਿਰ ਮੈਂ ਤੇਰੇ ਦੁੱਧ ਦੀ ਲਾਜ ਰੱਖਾਂਗਾ, ਮੈਂ ਲਾਜ ਨਹੀਂ ਲਾਵਾਂਗਾ ਤੇਰੇ ਦੁੱਧ ਨੂੰ, ਇਹ ਮੈਂ ਤੇਰੇ ਨਾਲ ਵਾਅਦਾ ਕਰਦਾ। ਜਿਹੜੀ ਬੇਨਤੀ ਕਰ ਰਹੇ ਹਾਂ ਕਿ ਜਿਹੜੇ ਸਨਮੁਖ ਨੇ ਉਹਨਾਂ ਦੀਆਂ ਨਿਸ਼ਾਨੀਆਂ ਦੇਖੋ। ਭਾਈ ਤਾਰੂ ਸਿੰਘ ਜੀ ਗੁਰੂ ਦੇ ਕਿੰਨਾ ਕੁ ਸਨਮੁਖ ਹੋ ਗਿਆ, ਇੰਨਾ ਕੁ ਗੁਰੂ ਨਾਲ ਨੇੜਤਾ ਬਣ ਗਈ, ਇੰਨੀ ਕੁ ਗੁਰੂ ਨਾਲ ਨੇੜਤਾ ਬਣ ਗਈ, ਹਰ ਵੇਲੇ ਗੁਰੂ ਗੁਰੂ ਜਪਣਾ, ਤੇ ਆਪਣੇ ਘਰ ਵਿੱਚ ਆਪਣੀ ਮਾਂ ਦੇ ਕੋਲੋਂ ਪ੍ਰਸ਼ਾਦੇ ਲੈ ਕੇ, ਦਾਲ ਸਬਜ਼ੀ ਭਾਜੀ ਲੈ ਕੇ ਜਾਣਾ, ਤੇ ਜੰਗਲਾਂ ਵਿੱਚ ਜਿੱਥੇ ਸਿੱਖ ਬੈਠੇ ਉਹਨਾਂ ਨੂੰ ਜਾ ਕੇ ਪ੍ਰਸ਼ਾਦਾ ਪਾਣੀ ਛਕਾਉਣਾ। ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਕੇ ਸਿੱਖਾਂ ਨੇ ਅਰਦਾਸ ਕਰਨੀ ਕਿ ਹੇ ਕਲਗੀਆਂ ਵਾਲੇ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰਨੀ ਕਿ ਦਾਣਾ ਪਾਣੀ ਗੁਰੂ ਦਾ ਟਹਿਲ ਸਿੱਖਾਂ ਸੇਵਕਾਂ ਦੀ ਘਾਲ ਥਾਏ ਪਾਉਣੀ। ਤੇ ਇੱਕ ਨਾਲ ਹੋਰ ਅਰਦਾਸ ਕਰਨੀ, ਸਤਿਗੁਰੂ ਆਪ ਜੀ ਦੀ ਕਿਰਪਾ ਕਰਨੀ, ਭਾਈ ਤਾਰੂ ਸਿੰਘ ਦਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭ ਜਾਏ। ਇੱਕ ਤਾਂ ਅਰਦਾਸ ਗੁਰੂ ਕੇ ਸਿੱਖਾਂ ਦੀ, ਦੂਸਰਾ ਭਾਈ ਤਾਰੂ ਸਿੰਘ ਸਨਮੁਖ ਗੁਰੂ ਦੇ, ਗੁਰੂ ਦੀ ਦਸੀ ਘਾਲਣਾ ਨੂੰ ਘਾਲ ਰਿਹਾ ਹੈ। ਅੱਜ ਦਾ ਜੋ ਸ਼ਬਦ ਚੱਲ ਰਿਹਾ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਜੋ ਗੁਰੂ ਦੀ ਦਸੀ ਘਾਲ ਨੂੰ ਕਮਾਉਂਦਾ ਹੈ, ਗੁਰੂ ਉਹਦੀ ਲਾਜ ਰੱਖਦਾ ਹੈ। ਭਾਈ ਤਾਰੂ ਸਿੰਘ ਜੀ ਨੇ, ਗੁਰਮੁਖੋ ਮੈਂ ਜ਼ਿਆਦਾ ਭਾਈ ਸਾਹਿਬ ਜੀ ਦੀ ਸਾਖੀ ਨਹੀਂ, ਕਿਉਂਕਿ ਪ੍ਰਕਰਨ ਦੇ ਮੁਤਾਬਕ ਕੇਵਲ ਮੈਂ ਟੂਕ ਮਾਤਰ ਹੀ ਜ਼ਿਕਰ ਕਰਨਾ ਹੈ। ਭਾਈ ਸਾਹਿਬ ਜੀ ਦਾ ਇਲਾਕੇ ਦੇ ਵਿੱਚ ਇੰਨਾ ਕੁ ਮਾਨ ਸਨਮਾਨ ਹੋ ਗਿਆ, ਹਿੰਦੂ, ਈਸਾਈ, ਮੁਸਲਮਾਨ, ਸਿੱਖਾਂ ਨੇ ਤਾਂ ਮਾਨ ਕਰਨਾ ਹੀ ਕਰਨਾ ਸੀ, ਪਰ ਦੂਜੇ ਧਰਮਾਂ ਵਾਲੇ ਵੀ ਭਾਈ ਸਾਹਿਬ ਦਾ ਮਾਨ ਕਰਨ ਲੱਗ ਪਏ, ਇੱਜ਼ਤ ਕਰਨ ਲੱਗ ਪਏ, ਭਾਈ ਸਾਹਿਬ ਦੀ ਵਡਿਆਈ ਹੋਣ ਲੱਗ ਪਈ। ਤੇ ਭਾਈ ਤਾਰੂ ਸਿੰਘ ਨੂੰ ਇੱਕ ਚੰਗਾ ਸਾਧੂ ਸੰਤ ਮਹਾਤਮਾ ਦੇ ਤੌਰ ਤੇ ਜਾਣਿਆ ਜਾਣ ਲੱਗਾ ਵੀ ਭਲਾ ਪੁਰਸ਼ ਹੈ, ਆਪਣੀ ਕਿਰਤ ਕਮਾਈ ਕਰਦਾ ਹੈ, ਤੇ ਆਪਣੇ ਘਰ ਦੇ ਵਿੱਚ ਵੀ ਜਿਹੜਾ ਲੰਗਰ ਚਲਾਉਂਦਾ ਹੈ ਉਹ ਸਾਰਿਆਂ ਵਾਸਤੇ ਹੈ। ਭਾਈ ਸਾਹਿਬ ਨੇ ਹੌਲੀ ਹੌਲੀ ਪਹਿਲਾਂ ਥੋੜ੍ਹਿਆਂ ਪ੍ਰਸ਼ਾਦਿਆਂ ਤੋਂ ਗੱਲ ਸ਼ੁਰੂ ਕੀਤੀ,
फिर लंगर अपने घर च वधा दिता। तो भाई साहब ने ऐलान कर दिता कि नगर विचों चाहे कोई बाहरों आवे राही पांदी भई सारिਆਂ वास्ते ये लंगर है। ये नहीं कि मैं कोई खास बंदियां वास्ते लंगर तैयार करदा, नहीं सारिਆਂ वास्ते ही है। तो सारे भाई साहब के घरों प्रशादा छकन लग पे। कहते एक दिन जकरिया खान ने लाहौर विच अपनी मीटिंग रखी तो अपनी मीटिंग में जकरिया खान ने जिहड़े टाउट सन उन्होंने भी सद्दिया। उहदे विच जिहड़े उस वेले टाउट सी जिहड़े सिखां नूं फड़ाउंदे सन उन्होंने भी सद्दिया। तो सारिਆਂ नूं सद के जकरिया खान कहन लगा मैं बड़ी वाह लाई है, बड़ा जोर लाया है सिखां नूं खत्म करन दे लई, पर मैनूं लगदा है अजे मैं उहदे विच कामयाब नहीं होया। उस मीटिंग दे विच जिथे गदार बैठे सन, टाउट बैठे सी, उहदे विच एक भगत नरंजनीआ भी बैठा सी, जंडियाले दा रहण वाला। हुण भगत नरंजनीए ने जकरिया खान नूं गल कही, कहण लगा तेरे यतन उन्नी देर सफल नहीं होने जिन्नी देर जिन्हां नूं तूं मारन दा कह रहा कि मैं मार रहा खत्म कर रहा, केवल उन्हां नूं मारन नाल कुछ नहीं होना। जिहड़े अपने घरां च बैठे ने जिन्नी देर वो उन्हां दी मदद करदे ने उन्हां देर उन्हां जंगलां विच रहण वालिआं नूं कोई नहीं मार सकदा। जकरिया खान ने कहा कहण तो तेरा भाव की है? उन्हें कहा तेरे लागे तैनूं पता नहीं लाहौर दे नेड़े ही 40-45 मील दे विथ दे उत्ते एक पिंड है, पूला पिंड तेरे लागे ही है। तो उस पूले पिंड दे विच एक गुरु गोबिंद सिंह दा अपने आप नूं सिख खवाउंदा है, तारू सिंह। ਉਹ ਤਾਂ ਇਹਨਾਂ ਨੂੰ ਜਾ ਜਾ ਕੇ ਬਾਗੀਆਂ ਨੂੰ ਰਾਸ਼ਨ ਖਵਾਉਂਦਾ ਹੈ, ਕੱਪੜੇ ਦਿੰਦਾ ਉਹਨਾਂ ਨੂੰ, ਸਿਆਲ ਵਿੱਚ ਗਰਮ ਦਿੰਦਾ ਕੱਪੜੇ, ਉਹਨਾਂ ਦੇ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਕਰਕੇ ਲੈ ਕੇ ਜਾਂਦਾ ਹੈ। ਉਹਦੀ ਭੈਣ ਵੀ ਉਹਦਾ ਸਾਥ ਦਿੰਦੀ, ਉਹਦੀ ਮਾਂ ਵੀ ਉਹਦਾ ਸਾਥ ਦਿੰਦੀ ਹੈ। ਜਿੰਨੀ ਦੇਰ ਇਹੋ ਜਿਹੇ ਜਿਉਂਦੇ ਨੇ ਜੰਗਲਾਂ ਵਿੱਚ ਰਹਿਣ ਵਾਲੇ ਨੂੰ ਕੌਣ ਖਤਮ ਕਰ ਸਕਦਾ? ਇਹ ਗੱਲ ਜਕਰੀਆ ਖਾਨ ਨੇ ਸੁਣੀ। ਉਹਨੇ ਕਿਹਾ ਫਿਰ ਤਾਰੂ ਸਿੰਘ ਨੂੰ ਪਕੜ ਕੇ ਮੇਰੇ ਪੇਸ਼ ਕੀਤਾ ਜਾਏ। ਭਾਈ ਤਾਰੂ ਸਿੰਘ ਨੂੰ ਲੈਣ ਵਾਸਤੇ ਸਿਪਾਹੀ ਆਏ। ਭਾਈ ਸਾਹਿਬ ਨੂੰ ਪੂਲਾ ਪਿੰਡ ਦੇ ਵਿੱਚੋਂ ਪਕੜ ਲਿਆ ਗਿਆ। ਪੜਾਣੇ ਵਿਖੇ ਭਾਈ ਸਾਹਿਬ ਜੀ ਕੁਝ ਸਮਾਂ ਠਹਿਰੇ ਤੇ ਪੜਾਣੇ ਦੀ ਸੰਗਤ ਨੇ ਚਾਹਿਆ ਸੀ ਭਾਈ ਸਾਹਿਬ ਨੂੰ ਛਡਾ ਲਈਏ, ਪਰ ਉਹਨਾਂ ਕਿਹਾ ਨਹੀਂ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੇਰੇ ਕਰਕੇ ਕਿਸੇ ਹੋਰ ਦੇ ਉੱਤੇ ਜ਼ੁਲਮ ਹੋਵੇ। ਮੈਂ ਆਪ ਜਦੋਂ ਬੇਦੋਸ਼ਾ ਹਾਂ, ਮੇਰੇ ਤੇ ਦੋਸ਼ ਕੋਈ ਨਹੀਂ, ਮੈਂ ਖੁਦ ਜਕਰੀਆ ਖਾਨ ਕੋਲੇ ਜਾਣਾ ਚਾਹੁੰਦਾ। ਭਾਈ ਸਾਹਿਬ ਜੀ ਜਕਰੀਆ ਖਾਨ ਦੇ ਪੇਸ਼ ਹੋਏ। ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਦੇ ਅੱਗੇ ਕਈ ਸਵਾਲ ਰੱਖੇ ਕਿ ਉਹਨਾਂ ਸਵਾਲਾਂ ਵਿੱਚ ਇੱਕ ਇਹ ਵੀ ਸਵਾਲ ਸੀ, ਨੌਜਵਾਨ ਗੱਭਰੂਆ ਮੈਨੂੰ ਤੇਰੇ ਬਾਰੇ ਪਤਾ ਲੱਗਿਆ ਤੇਰਾ ਬਾਪ ਨਹੀਂ ਹੈ ਸਿਰ ਦੇ ਉੱਤੇ, ਤੇਰੀ ਇੱਕ ਮਾਂ ਹੈ, ਤੇਰੀ ਇੱਕ ਭੈਣ ਹੈ। ਮੈਨੂੰ ਇਹ ਵੀ ਪਤਾ ਲੱਗਾ ਤੇਰੀ ਭੈਣ ਵਿਧਵਾ ਹੈ, ਉਹਦਾ ਵੀ ਪਤੀ ਚੜ੍ਹਾਈ ਕਰ ਗਿਆ। ਤੇਰਾ ਪਤਾ ਲੱਗਿਆ ਤੂੰ ਅਜੇ ਭਰ ਜਵਾਨੀ ਵਿੱਚ ਤੇਰੀ ਸ਼ਾਦੀ ਨਹੀਂ ਹੋਈ। ਮੈਂ ਨਹੀਂ ਚਾਹੁੰਦਾ ਨੌਜਵਾਨ ਗੱਭਰੂਆ ਕਿ ਤੂੰ ਆਪਣੇ ਇਸ ਤਰ੍ਹਾਂ ਅਜਾਈ ਜਾਨ ਗਵਾ ਕੇ ਤੇਰੀ ਵਿਧਵਾ ਭੈਣ ਤੇ ਤੇਰੀ ਮਾਂ ਰੁੱਲ ਜਾਣਗੇ। ਮੈਂ ਚਾਹੁੰਦਾ ਆ ਇਸਲਾਮ ਧਰਮ ਦੇ ਵਿੱਚ ਨੂੰ ਕਬੂਲ ਕਰ, तेरी माँ नूं भी सुख मिलेगा, तेरी भैन नूं भी सुख मिलेगा, तैनूं भी सुख मिलणगे, ते मूँह मंगिया जो कवेगा तारू सिंघा मैं तैनूं दे दियांगा। वेखो सन्मुख दीआं हुण निशानियां की ने। भाई तारू सिंह ने सारी गल जकरिया खान की सुन ली ते जकरिया खान नूं भाई तारू सिंह कहंदा कुछ होर भी कहना तूं, ताकि मैं तैनूं उस तो बाद तेरे सवालों का जवाब देंगा। जकरिया खान कहंदा मैं तो तैनूं यही कहांगा तारू सिंघा कि एक नवाब की बेटी ले हो, बीच हवेली वास करे हो। मैं तेनों कहांगा कि नवाबां दीयां बेटियां नाल मैं तेरी शादी करा देंगा, 2-4 नाल कवें तो तां भी करवा देंगा, वड्डी एक हवेली देंगा। उस हवेली दे विच रहण वास्ते तेरा परिवार उत्थे आवे, जो कुछ चाहिदा दुनिया की सुख सहूलत मैं तेनों वो भी दे देंगा। मेरा तेनों मेरे वल्लों तेनों ये जिहड़ा है कह ला के अपने वल्लों तेरी जान दे बचाव वास्ते मैं ये कुछ तेनों कह रहा। भाई तारू सिंह ने जकरिया खान की गल सुनने तो बाद ਹੁਣ ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਸਿੱਖ ਜਿਹਨੇ ਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਘਾਲ ਕਮਾਈ ਕੀਤੀ ਹੈ, ਉਹ ਜਵਾਬ ਦਿੰਦਾ ਜਕਰੀਆ ਖਾਨ ਨੂੰ, ਹੈ ਜਕਰੀਆ ਖਾਨ ਤੇਰੀਆਂ ਇਹ ਜਿਹੜੀਆਂ ਤੂੰ ਲਾਲਚ ਮੈਨੂੰ ਦੇ ਰਿਹਾ, ਜਿਹੜੇ ਤੂੰ ਲਾਲਚ ਮੈਨੂੰ ਦਿੰਦਾ ਪਿਆ ਨਾ, ਤੇਰੇ ਲਾਲਚਾਂ ਨੂੰ ਮੈਂ ਆਪਣੀ ਪੈਰ ਦੀ ਜੁੱਤੀ ਦੇ ਨੋਕ ਦੇ ਉੱਤੇ ਟਕਰਾਉਣਾ ਹਾਂ। ਮੈਨੂੰ ਤੇਰੇ ਇਹੋ ਜਿਹੇ ਕੋਈ ਲਾਲਚ ਨਹੀਂ ਚਾਹੀਦੇ। ਜਕਰੀਆ ਖਾਨ ਨੇ ਇਹ ਗੱਲ ਸੁਣਨ ਤੋਂ ਬਾਅਦ ਫਿਰ ਅਗਲਾ ਫੈਸਲਾ ਕੀ ਦਿੱਤਾ, ਕਹਿਣ ਲੱਗੇ ਅਗਲੀ ਗੱਲ ਵੀ ਸੁਣ, ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇੱਥੇ ਜਿੱਥੇ ਤੂੰ ਆ ਗਿਆ ਇੱਥੇ ਜਿੰਦਾ ਕੋਈ ਵਾਪਸ ਨਹੀਂ ਜਾਂਦਾ, ਤੇ ਤਸੀਹਾ ਵੀ ਤੈਨੂੰ ਮੈਂ ਤਸ਼ੱਦਦ ਵੀ ਤੇਰੇ ਤੇ ਇਹੋ ਜਿਹਾ ਕਰਾਂਗਾ ਕਿ ਮੁੜ ਕੇ ਕੋਈ ਨਾਂ ਨਹੀਂ ਲਏਗਾ ਸਿੱਖ ਬਣਨ ਦਾ, ਕੋਈ ਉਹਨਾਂ ਬਾਗੀਆਂ ਦੀ ਮਦਦ ਕਰਨ ਵਾਸਤੇ ਅੱਗੇ ਨਹੀਂ ਵਧੇਗਾ। ਭਾਈ ਤਾਰੂ ਸਿੰਘ ਨੇ ਕਿਹਾ ਤੇਰੇ ਤੋਂ ਪਹਿਲਾਂ ਕਈ ਹੋ ਚੁੱਕੇ ਨੇ ਤੇ ਕਈਆਂ ਨੇ ਜ਼ੁਲਮ ਕਰ ਕਰਕੇ ਦੇਖ ਲਿਆ ਹੈ, पर अज तक इहो जिहा इतिहास का कोई पन्ना नहीं है कि किसी सिख ने तुहाडी ईन मन्नी होवे। उस इतिहास के पन्ने उत्ते एक मैं भी नां लिखना अपना जा रहा है
कि मैनू तू अपनी ईन नहीं मनवा सकदा, मैं गुरु का सिख आ ते मैं अपनी सिक्खी नूं केसां सवासां संग निभा देंगा। जदों इन्नी गल कही, जकरिया खान कह लगा किहड़े केसां दी गल करदा है, किहड़ा तू कहें अपना सिक्खी केसां सवासां संग निभावेगा। याद रखी रतन सिंह भंगू ने शब्द लिखे ने, वो कहंदे जकरिया खान कह लगा जेड़ियां केसां दी तू गल करदा है, जेड़ियां केसां दा तू मान करदा है, मैं उन्हां तेरे केसां नूं जूतन के संग उतारूं, मैं जुत्तियां नाल तेरे सिर दे केस सारे उड़ा देंगा। ये रतन सिंह भंगू दे शब्द ने। कह लगे भाई तारू सिंह भी रस विच आ गया, रोह विच आ गया गुरु का सिख। उन्हें कलगियां वाले महाराज जी नूं याद करदियां ते गुरु ते भरोसा रख के विखे जिन्हें सन्मुख कमाई की, उहदी लाज फिर गुरु किवें रखदा। उहदे शब्दां विच किन्नी बरकत आ जाती है। भाई तारू सिंह ने कहा मैं कलगियां वाले नूं हाज़र नाज़र जान के कहना कि जकरिया खान तू मेरे केसां नूं जुत्ता ते की लाउणा है, तेरी जुत्ती ते मेरे केसां नूं की लगनी है, पर याद रखी मैं अपनी जुत्ती दे नाल तैनूं जरूर अगे लैके जाऊँगा। हुण वेखो ये किन्ना कुछ भरोसा सी भाई तारू सिंह नूं, जिहड़ा सन्मुख रहण वाला गुरु दे शब्द की कमाई करने वाले नूं इन्ना भरोसा गुरु उत्ते। कह लगा मैं तैनूं अगे लैके जरूर लैके जावांगा। जकरिया खान ने मोची मंगाए, भाई साहब दे केस नहीं कट्टे गए। उन्हें फिर भाई साहब दे खोपर लाउण दा हुक्म दिता। रंबी दे नाल मोची ने भाई साहब दा खोपर जदों लाउणा शुरू किया ते उत्थे रतन सिंह भंगू ले शब्द लिखे ने। कह लगा पैनी थी रंबी रखी माथे मध्यो दियो टकाए। कह लगे रंबी तिखी करके मत्थे दे अध विचकार रखी ते मोची ने हथौड़े नाल सट्टां मारियां। पैनी थी रंबी रखी माथे मध्यो दियो टकाए, माथी ते कानों ते गिच्ची ताई भाई साहब दे ओड़े इथों रख के मत्थे तो एक बन्ने नूं लै के कन्नां तक, फिर दूजे पासे तो रतन सिंह भंगू कहंदा एवें खोपरी उतारी गिच्चियों दी पटवाए। कह लगे जो पिछले बन्ने टक्कर मारदिया मारदिया पिछली साइड ते चलिया गया, फिर झटका मार के उन्हें भाई साहब दे जिहड़ा खोपर सी उन्होंने उतार दिता ते कहंदे इधरों भाई साहब दा खोपर लै गया, उधरले बन्ने जकरिया खान नूं पेशाब दा बन पै गया। ते भाई साहब जी दे जोड़े दे नाल, क्योंकि जिदन भाई साहब दा शहादत दा दिन होया, उन्हां दा एक सावन वाले दिन शहीदी दिहाड़ा हुंदा, उस दिन आपां पूरा विस्तार सद जीवन विचारांगे। अज तां सिर्फ प्रकरण के मुताबिक मैं थोड़ा जिहा उन्हां दा टूक मात्र जीवन लिया है। भाई साहब दे फिर जोड़े उन्हां दा जिहड़ा जोड़ा सी जकरिया खान दे सिर विच वज्जा, उन्हों थोड़ी जी राहत मिली। 2-4 दिन इस तरह भाई साहब दे जोड़े जकरिया खान दे सिर विच वजदे रहे ते भाई साहब दे जुत्तियां खांदियां ही जकरिया खान जहान तो तुर गया। गुरु नानक साहब दे बचन सचमुच गुरु के सिखां ने, गुरमुख उन्हां दी व्याख्या करके अपनी जिंदगी सानूं दस दित्ती है। भाई साहब सन्मुख रहे ते सन्मुख रहण वाले दी लाज गुरु ने रखी। जो उन्हें कह दिता केस महाराज तुहाडे ने, ते गुरु ने फिर अपने केसां दी लाज भी रख लई। श्री गुरु नानक देव महाराज जी अज दे शब्द विच कह रहे ने, जदों कोई गुरु दे सन्मुख रह के गुरु दी घालना दसी नूं कमाउंदा है, फिर गुरु नानक देव जी कहंदे गुरु अपने बिरध दी लाज रखदा है। गुरु महाराज जी फिर उस सिख नूं तत्ती वाह नहीं लगन दिंदे। श्री गुरु नानक देव जी कहंदे फिर जमा दी मार भी उन्हें जम ते उहदे नेड़े की आउणे है, धर्मराज भी उहदा कोई हिसाब किताब नहीं पुछदा। मेरे साहब कहंदे आत्मक मौत कदी उन्हां दे नेड़े नहीं आउंदी। यह है अज दा प्रकरण जो आपां विचारिया। आओ एक एक पंक्ति दी विचार करके दास फिर शब्द दी विचार करके समाप्ति करे। श्री गुरु नानक देव महाराज जी अज दी पौड़ी विच किरपा कर रहे ने। सच्चा सतगुर सेव सच संभालिया, जिन्हें भई गुरु दे सन्मुख रह के सच्चे सतगुरु नूं सिमरिया, सच्चे सतगुरु नूं याद किया, सच्चे सतगुरु दे शब्दां दी कमाई की है। साहब जी कहते अंत खलोआ आए जे सतगुर अगे घालिया। अंत खलोआ आए का मतलब है कि जदों भी सिख ने गुरु नूं याद किया, गुरु उहदे सन्मुख आके खलो गया। सन्मुख आके खलोण का मतलब यह है कि गुरु ने उहदी लाज रख ली। भगतां दी लाज जुगां तो परमात्मा रखदा आ रहा है। तो साहब जी कहते हैं जिन्हें गुरु के सन्मुख रह के घालना घाली, सतगुर अगे घालिया। अगे घालिया का मतलब है गुरु दे दसे हुए बचनां दे अपना जीवन ढाल लिया है। श्री गुरु नानक देव महाराज जी कहते हैं फिर उन्होंने वाहिगुरू ने किरपा की, उन्होंने संग परमात्मा आप आन खलोंदा है। उन्होंने जह जह काज किरत सेवक की तहां तहां उठ धावै। सेवक को निकटी हुए फिर परमात्मा आप दिखाउंदा है। साहब कहते पोह न सकै जम काल
ਸੱਚਾ ਰਖਵਾਲਿਆ, ਫਿਰ ਸੱਚਾ ਉਹਨਾਂ ਦਾ ਰਖਵਾਲਾ ਬਣ ਜਾਂਦਾ ਹੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਫਿਰ ਪ੍ਰਭੂ ਪਰਮਾਤਮਾ ਜਦੋਂ ਸਿਰ ਦੇ ਉੱਤੇ ਹੋਵੇ, ਫਿਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜਮਾ ਦਾ ਜਿਹੜਾ ਡਰ ਹੈ ਇਹ ਵੀ ਖਤਮ ਹੋ ਜਾਂਦਾ ਹੈ। ਜਮ ਕਾਲ ਭਾਵ ਕਿ ਉਹਨਾਂ ਦੇ ਨੇੜੇ ਮੌਤ ਨਹੀਂ ਆਉਂਦੀ। ਇਹ ਮੌਤ ਜਿਹੜੀ ਸਰੀਰਕ ਮੌਤ ਹੈ ਤਾਂ ਸਭ ਨੂੰ ਆ ਜਾਂਦੀ ਹੈ, ਪਰ ਆਤਮਿਕ ਮੌਤੇ ਨਹੀਂ ਉਹ ਮਰਦੇ। ਉਹ ਆਤਮਿਕ ਤੌਰ 'ਤੇ ਸੰਸਾਰ ਦੇ ਉੱਤੇ ਸਦੀਵ ਹੀ ਰਹਿੰਦੇ ਨੇ, ਕਿਉਂਕਿ ਸੱਚਾ ਉਹਨਾਂ ਦਾ ਰਖਵਾਲਾ ਬਣ ਜਾਂਦਾ ਹੈ। ਸਾਹਿਬ ਕਹਿੰਦੇ ਨੇ ਗੁਰ ਕੀ ਸਾਖੀ ਜੋਤ, ਗੁਰ ਸਾਖੀ ਜੋਤ ਜਗਾਏ ਦੀਵਾ ਬਾਲਿਆ। ਇੱਥੇ ਗੁਰ ਸਾਖੀ ਦਾ ਮਤਲਬ ਹੈ ਗੁਰੂ ਦੀ ਸਿੱਖਿਆ। ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲੇ ਅੰਧਾਰਾ। ਸਾਹਿਬ ਕਹਿੰਦੇ ਗੁਰੂ ਦੀ ਸਿੱਖਿਆ ਕੀ ਕਰਦੀ ਹੈ? ਦੀਵੇ ਦਾ ਕੰਮ ਕਰਦੀ ਹੈ। ਜਦੋਂ ਦੀਵਾ ਰੌਸ਼ਨੀ ਜਿਵੇਂ ਦਿੰਦਾ ਹੈ, ਇਸ ਤਰ੍ਹਾਂ ਗੁਰੂ ਦੀ ਸਿੱਖਿਆ ਸਾਨੂੰ ਰੌਸ਼ਨੀ ਦਿੰਦੀ। ਉਹਦੇ ਮੁਤਾਬਕ ਫਿਰ ਮਨੁੱਖ ਆਪਣੀ ਆਤਮਿਕ ਜੋਤ ਨੂੰ ਜਗਾ ਕੇ ਗੁਰੂ ਦਾ ਗਿਆਨ ਹਾਸਲ ਕਰਕੇ ਆਪਣੇ ਅੰਤਰ ਆਤਮੇ ਸ਼ਬਦ ਦਾ ਦੀਵਾ ਬਾਲ ਲੈਂਦਾ, ਕਿਉਂਕਿ ਉਹਨੂੰ ਪਤਾ ਗੁਰ ਕਾ ਸ਼ਬਦ ਉਜਾਰੋ ਦੀਪਾ। ਗੁਰੂ ਦਾ ਸ਼ਬਦ ਇੱਕ ਜਗਦਾ ਜੀਵੇ ਦੀ ਤਰ੍ਹਾਂ ਹੈ। ਸਾਹਿਬ ਕਹਿੰਦੇ ਜਿਨ੍ਹਾਂ ਨੇ ਆਪਣੇ ਅੰਦਰ ਗੁਰੂ ਦੀ ਸਿੱਖਿਆ ਰਾਹੀਂ ਗੁਰੂ ਦੇ ਸ਼ਬਦ ਦਾ ਦੀਵਾ ਬਾਲ ਲਿਆ ਹੈ, ਮੇਰੇ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹੀ ਅਸਲ ਵਿੱਚ ਸਨਮੁਖ ਅਖਵਾਉਂਦੇ ਹਨ। ਸਤਿਗੁਰੂ ਜੀ ਕਹਿੰਦੇ ਨੇ ਮਨਮੁਖ ਵਿਣ ਨਾ ਮੈਂ ਕੂੜਿਆਰ ਫਿਰ ਹੈ ਬੇਤਾਲਿਆ। ਪਰ ਜਿਹੜੇ ਗੁਰੂ ਵੱਲੇ ਪਿੱਠ ਕਰ ਜਾਂਦੇ ਹਨ, ਜਿਹੜੇ ਮਨ ਪਿੱਛੇ ਤੁਰ ਕੇ ਸਾਰੀ ਜ਼ਿੰਦਗੀ ਆਪਣੀ ਬਤੀਤ ਕਰਦੇ ਨੇ, ਸਾਹਿਬ ਕਹਿੰਦੇ ਬੇਤਾਲਿਆ। ਬੇਤਾਲੇ ਦਾ ਮਤਲਬ ਤਾਲ ਤੋਂ ਖੁੰਝੇ ਹੋਏ। ਉਹ ਆਪਣੀ ਜ਼ਿੰਦਗੀ ਦਾ ਤਾਲ ਹੀ ਖੁੰਝ ਜਾਂਦੇ ਨੇ, ਭਾਵ ਕਿ ਅਸਲੀ ਜੀਵਨ ਤੋਂ ਟੁੱਟ ਜਾਂਦੇ ਨੇ ਤੇ ਕੁਰਾਹੇ ਪੈ ਕੇ ਸਾਰੀ ਜ਼ਿੰਦਗੀ ਬਰਬਾਦ ਕਰਕੇ ਤੁਰ ਜਾਂਦੇ ਹਨ। ਸਤਿਗੁਰੂ ਮਹਾਰਾਜ ਜੀ ਉਹਨਾਂ ਬਾਰੇ ਕਹਿੰਦੇ ਨੇ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ। ਸਾਹਿਬ ਕਹਿੰਦੇ ਹੈ ਤਾਂ ਭਾਵੇਂ ਉਹ ਮਨੁੱਖਾਂ ਵਾਂਗੀ ਨੇ, ਭਾਵੇਂ ਹੈ ਤਾਂ ਦੂਜਿਆਂ ਵਾਂਗ। ਹੁਣ ਗੁਰਮੁਖ ਤੇ ਜਿਹੜਾ ਮਨਮੁਖ ਹੈ, ਸਰੀਰ ਦੀ ਬਣਤਰ ਤਾਂ ਅੱਖ ਨੱਕ ਕੰਨ ਹੱਥ ਪੈਰ ਇਹ ਤਾਂ ਸਰੀਰ ਦੀ ਬਣਤਰ ਉਹਦੀ ਵੀ ਉਸੇ ਤਰ੍ਹਾਂ ਦੀ ਹੋਏਗੀ ਨਾ। ਪਰ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੇ ਕਰਮਾਂ ਤੋਂ ਹੀ ਪਤਾ ਚੱਲਦਾ ਹੈ ਕਿ ਉਹ ਕਰਮ ਆਪਣੇ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਂਗ ਉਹ ਹੁੰਦੇ ਤਾਂ ਮਨੁੱਖ ਹੀ ਨੇ, ਪਰ ਕੰਮ ਮਨੁੱਖਾਂ ਵਾਲੇ ਨਹੀਂ ਕਰਦੇ, ਮਨ ਪਿੱਛੇ ਤੁਰਨ ਵਾਲੇ। ਸਾਹਿਬ ਜੀ ਕਹਿੰਦੇ ਨੇ ਉਹਨਾਂ ਨੇ ਇਉਂ ਸਮਝ ਲਓ ਅੰਦਰੋਂ ਕਾਲਿਆ। ਸਾਹਿਬ ਜੀ ਕਹਿੰਦੇ ਉਹ ਅੰਦਰੋਂ ਕਾਲੇ ਤੋਂ ਭਾਵ ਹੈ ਕਿ ਕਦੀ ਵੀ ਗੁਰੂ ਦੇ ਸ਼ਬਦ ਦਾ ਦੀਵਾ ਨਹੀਂ ਜਗਾਉਂਦੇ, ਕੇਵਲ ਮਨ ਦੀ ਮੱਤ ਅਨੁਸਾਰ ਹੀ ਚੱਲਦੇ ਹਨ। ਸਾਹਿਬ ਕਹਿੰਦੇ ਉਹ ਪਸ਼ੂਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਕੇ ਤੁਰ ਜਾਂਦੇ ਨੇ। ਸਭੋ ਵਰਤੈ ਸੱਚ ਸੱਚੇ ਸ਼ਬਦ ਨਿਹਾਲਿਆ। ਸਾਹਿਬ ਕਹਿੰਦੇ ਸਾਰੇ ਬੰਨੇ ਪ੍ਰਭੂ ਪਰਮਾਤਮਾ ਦਾ ਆਪ ਹੀ ਹੁਕਮ ਵਰਤਦਾ ਹੈ, ਉਹਦੇ ਹੁਕਮ ਦੀ ਸਾਰੀ ਖੇਡ ਪੂਰੇ ਜਗਤ ਵਿੱਚ ਵਰਤ ਰਹੀ ਹੈ। ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ। ਇਹ ਜਿਹੜਾ ਸਨਮੁਖ ਰਹਿਣ ਵਾਲਾ ਉਹਨੂੰ ਨਾਮ ਦਾ ਖਜ਼ਾਨਾ ਗੁਰੂ ਵਿਖਾ ਦਿੰਦਾ ਹੈ। ਨਿਧਾਨ ਮੈਨੇ ਹੁੰਦਾ ਖਜ਼ਾਨਾ, ਉਹਨੂੰ ਫਿਰ ਪੂਰਾ ਸਤਿਗੁਰੂ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਹੈ। ਜਿਵੇਂ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ। ਖਾਵਹਿ ਖਰਚੇ ਰਲ ਮਿਲ ਭਾਈ ਤੋਟ ਨਾ ਆਵੈ ਵੱਧ ਦੋ ਜਾਈ। ਉਹ ਫਿਰ ਗੁਰੂ ਦੇ ਸ਼ਬਦ ਦਾ ਜਿਹੜਾ ਹੈ ਉਹ ਬਖਸ਼ਿਸ਼ ਪ੍ਰਾਪਤ ਕਰ ਜਾਂਦੇ ਹਨ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਗੁਰੂ ਦੇ ਕੋਲੋਂ ਗੁਣਾਂ ਦਾ ਖਜ਼ਾਨਾ ਲੈ ਕੇ ਗੁਣਾਂ ਨਾਲ ਭਰਪੂਰ ਹੋ ਜਾਂਦੇ ਹਨ। ਗੁਰੂ ਕਿਰਪਾ ਕਰੇ ਅਸੀਂ ਵੀ ਉਹਨਾਂ ਸਨਮੁਖੀਆਂ ਦੇ ਜੀਵਨ ਤੋਂ, ਗੁਰਮੁਖੀਆਂ ਦੇ ਜੀਵਨ ਤੋਂ ਸੇਧ ਲੈ ਕੇ ਅਸੀਂ ਵੀ ਗੁਰੂ ਦੇ ਸਨਮੁਖ ਤੇ ਗੁਰੂ ਦੇ ਸ਼ਬਦਾਂ ਦੀ ਘਾਲ ਕਰ ਸਕੀਏ, ਕਮਾਈ ਕਰ ਸਕੀਏ, ਜਿਸ ਨਾਲ ਸਾਡਾ ਲੋਕ ਸੁਖੀਆ ਪਰਲੋਕ ਸਿਹਲਾ ਹੋ ਸਕੇ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ। ਅੱਜ ਦੇ ਜੋ ਲੰਗਰਾਂ ਦੀ ਸੇਵਾ ਹੈ, ਭਾਈ ਸਰਬਜੀਤ ਸਿੰਘ ਹੁਣਾ ਨੇ ਆਪਣੇ ਬੱਚਿਆਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਲਈ ਗੁਰੂ ਘਰ ਵਿਖੇ ਸੰਗਤਾਂ ਦੀ ਸੇਵਾ ਕੀਤੀ ਹੈ ਲੰਗਰ ਰਾਹੀਂ। ਸਤਿਗੁਰੂ ਕਿਰਪਾ ਕਰੇ ਗਰੀਬ ਨਵਾਜ ਪਾਤਸ਼ਾਹ ਉਹਨਾਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਮਦਾਨ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣ। ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।